ਹੈਲੋ ਸਟੂਡੈਂਟ। ਹੁਣ ਆਪਾਂ ਵੇਖਾਂਗੇ ਲੈਕਚਰ ਨੰਬਰ 4 ਦੇ ਵਿੱਚ ਫੋਰਸ ਦੇ ਬਾਰੇ। ਫੋਰਸ ਕੀ ਚੀਜ਼ ਹੈ ਇਹ ਮੈਂ ਪ੍ਰੀਵੀਅਸ ਲੈਕਚਰ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਵੀ ਮੈਂ ਫੋਰਸ ਨੂੰ ਨਾ ਅੱਗੇ ਡਿਫਾਈਨ ਕਰੂੰਗਾ। ਇਸ ਤੋਂ ਪਹਿਲਾਂ ਨਾ ਮੈਂ ਐਕਸਲੇਸ਼ਨ ਸਮਝਾ ਚੁੱਕਿਆ, ਉਸ ਤੋਂ ਪਹਿਲਾਂ ਮੈਂ ਵੈਲੋਸਿਟੀ ਸਮਝਾਇਆ ਸੀਗਾ, ਸਪੀਡ ਡਿਸਟੈਂਸ ਦੇ ਬਾਰੇ। ਉਸ ਤੋਂ ਪਹਿਲਾਂ ਮੈਂ ਬੇਸਿਕ ਲੈਕਚਰ ਦਿੱਤਾ ਸੀਗਾ। ਅੱਜ ਜਿਹੜਾ ਹੈ 4th ਲੈਕਚਰ ਹੈ, ਇਸ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਫੋਰਸ ਕੀ ਚੀਜ਼ ਹੈ। ਫੋਰਸ ਦੇ ਬਾਰੇ ਸਮਝਦੇ ਹਾਂ ਆਪਾਂ। ਫੋਰਸ ਕੀ ਚੀਜ਼ ਹੈ ਜੀ? ਇੱਕ ਤਰ੍ਹਾਂ ਦਾ ਪੁਸ਼ ਹੈ। ਕਿਸੇ ਨੂੰ ਧੱਕਾ ਮਾਰਦੇ ਹਾਂ ਜਾਂ ਆਪਣੇ ਵੱਲ ਖਿੱਚਦੇ ਹਾਂ, ਉਸ ਚੀਜ਼ ਨੂੰ ਜਦੋਂ ਉਹਦੀ ਪੋਜੀਸ਼ਨ ਚੇਂਜ ਹੋ ਜੇ ਜਾਂ ਬੋਡੀ ਰੈਸਟ 'ਤੇ ਸੀ ਤਾਂ ਕੀ ਹੋ ਗਈ? ਮੋਸ਼ਨ ਦੇ ਵਿੱਚ ਆ ਗਈ। ਜਾਂ ਬੋਡੀ ਮੋਸ਼ਨ ਦੇ ਵਿੱਚ ਸੀ ਤਾਂ ਉਹਨੂੰ ਆਪਾਂ ਰੈਸਟ 'ਤੇ ਲੈ ਕੇ, ਤਾਂ ਉਹ ਕਿਵੇਂ ਹੋ ਸਕਦੇ ਨੇ? ਦੋ ਚੀਜ਼ਾਂ ਨਾਲ ਹੋ ਸਕਦਾ ਹੈ, ਜਾਂ ਮੈਂ ਉਹਨੂੰ ਪੁਸ਼ ਕਰਤਾ ਜਾਂ ਮੈਂ ਉਹਨੂੰ ਪੁੱਲ ਕਰ ਲਿਆ। ਠੀਕ ਹੈ ਜੀ। ਆਪਾਂ ਡੇਲੀ ਕਿਸੇ ਸ਼ੋਰੂਮ ਦੇ ਵਿੱਚ ਐਂਟਰ ਕਰਦੇ ਹਾਂ ਅਤੇ ਅਸੀਂ ਕੀ ਵੇਖਦੇ ਹਾਂ? ਪੁਸ਼ ਅਤੇ ਪੁੱਲ ਲਿਖਿਆ ਹੁੰਦਾ। ਉਹ ਕੀ ਕਰਦੇ ਹਾਂ? ਆਪਾਂ ਇੱਕ ਤਰ੍ਹਾਂ ਦਾ ਫੋਰਸ ਲਗਾ ਰਹੇ ਹਾਂ। ਤਾਂ ਉਸ ਤੋਂ ਡਿਫਾਈਨ ਹੁੰਦਾ ਕਿ ਕੋਈ ਚੀਜ਼ ਜਦੋਂ ਕਿਸੇ ਦਾ ਮੋਸ਼ਨ ਵਿੱਚ ਬੋਡੀ ਹੈ, ਇਸ ਨੂੰ ਰੈਸਟ 'ਤੇ ਲਿਆਵੇ ਜਾਂ ਰੈਸਟ 'ਤੇ ਉੱਪਰ ਹੈ ਤਾਂ ਬੋਡੀ ਨੂੰ ਮੋਸ਼ਨ ਦੇ ਵਿੱਚ ਲਿਆਵੇ। ਇਹਨਾਂ ਨੂੰ ਡਿਫਾਈਨ ਕਰਨ ਵਾਸਤੇ ਸਾਡੇ ਕੋਲ ਇੱਕ ਹੁੰਦਾ ਫੋਰਸ। ਠੀਕ ਹੈ ਜੀ। ਇੱਕ ਤਰ੍ਹਾਂ ਦਾ ਬਲ, ਜਿਹਨੂੰ ਆਪਾਂ ਹਿੰਦੀ ਦੇ ਵਿੱਚ ਕਹਿ ਦਿੰਦੇ ਹਾਂ। ਤਾਂ ਸੋ ਆ ਜਾਓ ਜੀ। ਉਸ ਤੋਂ ਬਾਅਦ ਇਹਦੇ ਬੇਸ 'ਤੇ ਨਾ ਦੋ ਫੋਰਸ ਆਪਾਂ ਨੂੰ ਕੰਮ ਜਿਹੜੇ ਪੇਪਰ ਦੇ ਵਿੱਚ ਆਉਣਗੀਆਂ, ਅਤੇ ਜਿਹਦੇ ਬੇਸ 'ਤੇ ਨਾ ਐਗਜ਼ਾਮਪਲਾਂ ਪੁੱਛੀ ਜਾਂਦੀਆਂ ਨੇ। ਇਹ ਫੋਰਸ ਵੀ ਨਹੀਂ ਪੁੱਛੀ ਜਾਂਦੀ, ਐਗਜ਼ਾਮਪਲ ਪੁੱਛੀ ਜਾਂਦੀ ਹੈ, ਅਤੇ ਉਸੇ ਬੇਸ 'ਤੇ ਆਪਾਂ ਨੂੰ ਦੱਸਣਾ ਹੁੰਦਾ ਵੀ ਇਹ ਕਿਹੜੇ ਤਰ੍ਹਾਂ ਦੀ ਫੋਰਸ ਹੈ। ਹੁਣ ਆਪਾਂ ਪਹਿਲਾਂ ਨਾ ਤੁਸੀਂ ਬੇਸਿਕਲੀ ਸਿੰਪਲ ਜਿਹਾ ਦੇਖੋ, ਇਹ ਸੈਂਟਰੀਪੀਟਲ ਫੋਰਸ ਅਤੇ ਇੱਕ ਹੈਗੀ ਆ ਉਸ ਤੋਂ ਅੱਗੇ ਚੱਲ ਕੇ ਨਾ ਸੈਂਟਰੀਫਿਊਗਲ ਫੋਰਸ। ਹੁਣ ਤੁਸੀਂ ਇਹ ਚੀਜ਼ ਦੇਖੋ, ਤੁਸੀਂ ਬਚਪਨ ਦੇ ਵਿੱਚ ਜਿਵੇਂ ਆਪਾਂ ਛੋਟੇ ਹੁੰਦੇ ਸੀਗੇ ਤਾਂ ਆਪਾਂ ਨੇ ਇੱਕ ਚੀਜ਼ ਵੇਖਿਆ ਹੋਣਾ, ਆਪਾਂ ਇੱਕ ਪੱਥਰ ਬਣ ਕੇ ਨਾ ਆਪਣੀ ਉਂਗਲ 'ਤੇ ਐਵੇਂ ਕਰਕੇ ਨਾ ਆਪਾਂ ਘੁਮਾਉਂਦੇ ਹੁੰਦੇ ਸੀਗੇ ਇੱਦਾਂ ਕਰਕੇ। ਤਾਂ ਉਹਦੇ ਵਿੱਚ ਨਾ ਕਦੇ ਆਪਾਂ ਉਸ ਟਾਈਮ 'ਤੇ ਖੈਰ ਆਪਣਾ ਤਾਂ ਕੰਮ ਹੁੰਦਾ ਸੀ ਖੇਡਣਾ, ਅਤੇ ਆਪਾਂ ਖੇਡ ਰਹੇ ਹੁੰਦੇ ਸੀਗੇ, ਪਰ ਆਪਾਂ ਨਾ ਇੱਥੇ ਦੋ ਫੋਰਸਾਂ ਕੰਮ ਕਰ ਰਹੀਆਂ ਸੀਗੀਆਂ। ਇੱਕ ਤਾਂ ਆਪਣੀ ਜਿਹੜੀ ਉਂਗਲ ਹੈ, ਜਿਸ 'ਤੇ ਆਪਾਂ ਕੋਈ ਫੋਰਸ ਨੂੰ ਘੁਮਾ ਰਹੇ ਸੀ ਰੱਸੀ ਬੰਨ੍ਹ ਕੇ, ਅਤੇ ਉਸ ਦੇ ਵਿੱਚ ਆਪਣੀ ਉਂਗਲ ਕੀ ਕਰ ਰਹੀ ਸੀ? ਉਸ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੀ ਸੀ ਉਸ ਪੱਥਰ ਨੂੰ। ਅਤੇ ਜਿਹੜਾ ਪੱਥਰ ਹੈ ਉਹ ਕੀ ਕਰਦਾ ਸੀ? ਬਾਹਰ ਵੱਲ ਨੂੰ ਜਾਣ ਦੀ ਕੋਸ਼ਿਸ਼ ਕਰਦਾ ਸੀਗਾ। ਅਤੇ ਇੱਕ ਤੁਹਾਨੂੰ ਦੋ ਫੋਰਸਾਂ ਮਹਿਸੂਸ ਹੋ ਰਹੀਆਂ ਸੀ। ਇੱਕ ਤਾਂ ਫੀਲਿੰਗ ਹੁੰਦੀ ਸੀ ਕਿ ਇੱਕ ਫੋਰਸ ਸਾਨੂੰ ਅੰਦਰ ਵੱਲ ਮਹਿਸੂਸ, ਜਿਹੜਾ ਆਪਾਂ ਖਿੱਚ ਰਹੇ ਹਾਂ, ਅਤੇ ਇੱਕ ਪੱਥਰ ਹੈ ਉਹ ਬਾਹਰ ਵੱਲ ਨੂੰ ਫੋਰਸ ਲਗਾ ਰਿਹਾ। ਇਹਨਾਂ ਦੋਨੇ ਫੋਰਸ ਨੂੰ ਅੱਜ ਨਾ ਆਪਾਂ ਨੂੰ ਪੜ੍ਹਨਾ ਪੈ ਰਿਹਾ। ਇਸੇ ਨੂੰ ਆਪਾਂ ਇੱਕ ਨੂੰ ਆਪਾਂ ਸੈਂਟਰੀਫਿਊਗਲ ਕਹਿੰਦੇ ਹਾਂ, ਇੱਕ ਨੂੰ ਆਪਾਂ ਕੀ ਕਹਿੰਦੇ ਹਾਂ? ਸੈਂਟਰੀਪੀਟਲ ਕਹਿੰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਸੈਂਟਰੀਪੀਟਲ ਫੋਰਸ ਬਣਾਂਗੇ। ਸੈਂਟਰੀਪੀਟਲ ਦੇ ਵਿੱਚ ਪੀ ਆ ਗਿਆ, ਇਹਨੂੰ ਯਾਦ ਕਿਵੇਂ ਰੱਖਣਾ ਹੈ? ਜਿਹੜੀ ਫੋਰਸ ਸਰਕੂਲਰ ਦੇ ਵਿੱਚ ਤਾਂ ਦੋਨੇ ਘੁੰਮ ਰਹੀਆਂ ਨੇ, ਤਾਂ ਇਹ ਲਾਈਨ ਤਾਂ ਬਿਲਕੁਲ ਕਲੀਅਰ ਹੋ ਗਈ ਕਿ ਦੋਨੇ ਸਰਕੂਲਰ ਫੋਰਸ ਨੇ। ਇਹ ਤਾਂ ਗੱਲ ਕਲੀਅਰ ਹੈ। ਸਰਕੂਲਰ ਮੋਸ਼ਨ ਦੇ ਉੱਪਰ ਘੁੰਮਣਗੀਆਂ ਤਾਂ ਸਰਕੂਲਰ ਮੋਸ਼ਨ ਵਾਲੀ ਫੋਰਸ ਹੈ। ਇਹਦੇ ਵਿੱਚ ਕੀ ਹੋਊਗਾ? ਇਹ ਕੀ ਕਰੇਗੀ? ਆਲਵੇਜ਼ ਡਾਇਰੈਕਟਿਡ ਟੂਵਰਡਸ ਦਾ ਸੈਂਟਰ ਆਫ ਦਾ ਸਰਕਲ। ਮਤਲਬ ਤੁਸੀਂ ਆਪਣੀ ਉਂਗਲ ਦੇ ਨਾਲ ਆਪਣੇ ਪੱਥਰ ਨੂੰ ਆਪਣੇ ਪਾਸੇ ਖਿੱਚ ਰਹੇ ਸੀ, ਇਹਦਾ ਮਤਲਬ ਕਿ ਉਸ ਪੱਥਰ ਨੂੰ ਆਪਣੇ ਵੱਲ ਪਾਸ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਇਸੇ ਤਰ੍ਹਾਂ ਹੀ ਸੈਂਟਰੀਪੀਟਲ ਦੇ ਵਿੱਚ ਲਿਖਿਆ ਹੈ ਪੀ। ਅਤੇ ਯਾਦ ਰੱਖਣਾ, ਕੋਈ ਚੀਜ਼ ਜਦੋਂ ਆਪਾਂ ਪਾਸ ਲੈ ਕੇ ਆਉਣ ਵਾਸਤੇ ਜੋ ਫੋਰਸ ਲਗਾਉਣੇ ਆ, ਤਾਂ ਆਪਾਂ ਨੂੰ ਪਾਸ ਲੈ ਕੇ ਆਉਣ ਵਾਸਤੇ ਆਪਾਂ ਫੋਰਸ ਲਗਾਵਾਂਗੇ ਤਾਂ ਆਪਾਂ ਕੀ ਕਰਾਂਗੇ? ਕੋਈ ਚੀਜ਼ ਆਪਣੇ ਪਾਸ ਆਊਗੀ। ਤਾਂ ਇਸੇ ਵਾਸਤੇ ਸੈਂਟਰੀਪੀਟਲ ਫੋਰਸ ਹਮੇਸ਼ਾ ਕਿਹੜੀ ਫੋਰਸ ਹੁੰਦੀ ਹੈ? ਜਦੋਂ ਕੋਈ ਚੀਜ਼ ਆਪਣੀ ਨੇੜੇ ਆਵੇ ਜਾਂ ਪਾਸ ਆਵੇ। ਠੀਕ ਹੈ ਜੀ। ਇਸ ਨੂੰ ਆਪਾਂ ਨੈਚੁਰਲ ਫੋਰਸ ਕਹਿੰਦੇ ਹਾਂ। ਇਹ ਕਿੱਥੇ ਆਪਾਂ ਨੂੰ ਕਿੱਥੇ ਮਿਲਦੀ ਹੈ ਇਹ ਫੋਰਸ? ਇਹ ਤੁਸੀਂ ਦੇਖੋ, ਗ੍ਰੈਵਿਟੀ ਹੈ। ਜਿਵੇਂ ਹੁਣ ਆਪਣੇ ਕੋਲ ਗੁਰੂਤਵਾਕਰਸ਼ਣ ਬਲ ਹੈ, ਆਪਾਂ ਨੂੰ ਕੀ ਕਰਦਾ? ਧਰਤੀ ਦਾ ਵੀ ਸੈਂਟਰ ਹੈ ਨਾ, ਧਰਤੀ ਦੇ ਸੈਂਟਰ ਵੱਲ ਆਪਾਂ ਨੂੰ ਖਿੱਚ ਕੇ ਰੱਖਦਾ। ਇਸ ਨੂੰ ਆਪਾਂ ਗ੍ਰੈਵਿਟੇਸ਼ਨਲ ਫੋਰਸ ਕਹਿੰਦੇ ਹਾਂ। ਇਲੈਕਟ੍ਰੀਕਲ ਫੋਰਸ, ਇਹ ਕੀ ਕਰਦਾ? ਇਲੈਕਟ੍ਰੋਨਸ ਜਿਹੜੇ ਹੁੰਦੇ ਆ ਉਹਨਾਂ ਨੂੰ ਆਪਣੇ ਵੱਲ ਖਿੱਚਦਾ। ਮੈਗਨੈਟਿਕ ਫੋਰਸ, ਤੁਸੀਂ ਕੀ ਕਰੋ? ਚੁੰਬਕ ਨੂੰ ਕਿਸੇ ਦੇ ਨਜ਼ਦੀਕ ਲੈ ਕੇ ਜਾਓ, ਉਹ ਆਪਣੇ ਵੱਲ ਸਾਰੀ ਚੀਜ਼ਾਂ ਨੂੰ ਖਿੱਚਦਾ। ਫ੍ਰਿਕਸ਼ਨਲ ਫੋਰਸ ਸੇਮ। ਤਾਂ ਇਹ ਫੋਰਸਾਂ ਜਿੰਨੀਆਂ ਵੀ ਤੁਹਾਨੂੰ ਦਿੱਤੀਆਂ ਨੇ, ਇਹ ਸਾਰੀਆਂ ਇੱਕ ਫੋਰਮ ਨੇ ਕਿਹਦੀਆਂ? ਸੈਂਟਰੀਪੀਟਲ ਦੀਆਂ। ਅਤੇ ਜਿਵੇਂ ਸਾਈਕਲਿਕ, ਉਹਨੇ ਦਾ ਐਗਜ਼ਾਮਪਲ ਪੁੱਛਿਆ ਜਾਊਗਾ ਵੀ ਜਿਹੜਾ ਪਰਸਨ ਉਹ ਸਾਈਕਲ ਘੁਮਾ ਰਿਹਾ ਹੁੰਦਾ ਗੋਲ ਘੇਰੇ ਦੇ ਵਿੱਚ, ਉਸ ਦੇ ਉੱਪਰ ਕਿਹੜੀ ਫੋਰਸ ਲੱਗਦੀ ਹੁੰਦੀ ਹੈ? ਤਾਂ ਉਹਦਾ ਐਗਜ਼ਾਮਪਲ ਹੋਊਗਾ ਜੀ ਸੈਂਟਰੀਪੀਟਲ ਫੋਰਸ। ਠੀਕ ਹੈ ਜੀ। ਸੈਂਟਰੀਪੀਟਲ, ਸੈਂਟਰ ਵੱਲ ਜਿਹੜੀ ਫੋਰਸ ਲੱਗਦੀ ਉਹਨੂੰ ਸੈਂਟਰੀਪੀਟਲ ਕਹਿੰਦੇ ਆ। ਅਤੇ ਕਹਿੰਦਾ ਜੀ ਜਦੋਂ ਰੇਨ ਦਾ ਟਾਈਮ ਹੁੰਦਾ, ਸਕੂਟਰ ਸਲਿੱਪ ਹੁੰਦਾ, ਉਹਦੇ ਟਾਈਮ 'ਤੇ ਕੀ ਘੱਟ ਜਾਂਦਾ ਸਾਡੇ ਕੋਲ? ਕਿਹੜੀ ਫੋਰਸ ਘੱਟ ਜਾਂਦੀ ਹੈ? ਸੈਂਟਰ ਦੇ ਵੱਲ ਖਿੱਚਣ ਵਾਲੀ ਫੋਰਸ। ਕਿਉਂਕਿ ਫ੍ਰਿਕਸ਼ਨਲ ਫੋਰਸ ਤਾਂ ਜਿਹੜੀ ਹੈ ਘੱਟ ਜਾਂਦੀ ਹੈ, ਅਤੇ ਸੈਂਟਰੀਪੀਟਲ ਫੋਰਸ ਦਾ ਉਹਦੇ 'ਤੇ ਦਬਾਅ ਨਹੀਂ ਰਹਿੰਦਾ, ਜਿਸ ਕਰਕੇ ਰਿਡਿਊਸ ਹੋਣ ਦੇ ਕਾਰਨ ਜਿਹੜਾ ਸਕੂਟਰ ਹੈ ਉਹ ਸਲਿੱਪ ਹੁੰਦਾ ਹੈ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸੈਂਟਰੀਫਿਊਗਲ ਫੋਰਸ ਦੇ ਬਾਰੇ। ਸੈਂਟਰੀਫਿਊਗਲ ਦਾ ਮਤਲਬ ਹੁੰਦਾ ਫੋਰਸ ਲਾ ਕੇ ਬਾਹਰ ਸੁੱਟਣਾ, ਫੋਰਸ ਲਾ ਕੇ ਬਾਹਰ ਸੁੱਟਣਾ। ਅਤੇ ਇਹਨੂੰ ਆਪਾਂ ਇਹ ਪੁੱਛਿਆ ਗਿਆ ਸੀਗਾ ਪੈਸੂਡੋ ਫੋਰਸ ਦੇ ਵਿੱਚ। ਪੈਸੂਡੋ ਫੋਰਸ ਕਿਹਨੂੰ ਕਹਿੰਦੇ ਆ? ਸੈਂਟਰੀਫਿਊਗਲ ਫੋਰਸ ਨੂੰ ਕਹਿੰਦੇ ਆ। ਇਹ ਹਮੇਸ਼ਾ ਕਿੰਨੀ ਹੁੰਦੀ ਹੈ? ਇਹ ਇਕੁਅਲ ਹੁੰਦੀ ਹੈ। ਜਿੰਨੀ ਸੈਂਟਰੀਪੀਟਲ ਫੋਰਸ ਹੈ ਨਾ, ਉਹਦੇ ਓਪੋਜ਼ਿਟ ਇੱਕ ਫੋਰਸ ਲੱਗ ਰਹੀ ਹੈ, ਉਸ ਨੂੰ ਆਪਾਂ ਸੈਂਟਰੀਫਿਊਗਲ ਫੋਰਸ ਕਹਿੰਦੇ ਆ। ਠੀਕ ਹੈ ਜੀ। ਇਹ ਹਮੇਸ਼ਾ ਇਕੁਅਲ ਹੁੰਦੀ ਹੈ, ਅਤੇ ਇਹ ਡਿਪੈਂਡ ਕਰਦੀ ਹੈ ਉਹਦੇ ਮਾਸ ਦੇ ਉੱਪਰ, ਜਿੰਨਾ ਪੱਥਰ ਤੁਸੀਂ ਬੰਨਿਆ ਹੋਇਆ ਸੀਗਾ। ਠੀਕ ਹੈ ਜੀ। ਅਤੇ ਇਹਦੇ ਵਿੱਚ ਕੀ ਕੁਐਸਚਨ ਆਊਗਾ ਤੁਹਾਡਾ? ਜਿਵੇਂ ਕਰੀਮ ਆਪਾਂ ਕਢਾਉਣੇ ਆ ਦੁੱਧ ਦੀ, ਤਾਂ ਉਹਦੇ ਵਾਸਤੇ ਆਪਾਂ ਕੀ ਕਰਦੇ ਹਾਂ? ਕਰੀਮ ਬਾਹਰ, ਕਿਉਂਕਿ ਜਿਹੜੀ ਚੀਜ਼ ਭਾਰੀ ਹੋਊਗੀ ਨਾ ਉਹ ਬਾਹਰ ਵੱਲ ਡਿੱਗ ਜੂਗੀ। ਠੀਕ ਹੈ ਜੀ। ਜਿਹੜੀ ਚੀਜ਼
ਭਾਰੀ ਹੈ ਉਹ ਜਿਹੜੀ ਹਲਕੀ ਚੀਜ਼ ਹੁੰਦੀ ਹੈ ਉਹ ਬਾਹਰ ਵੱਲ ਨੂੰ ਇਕੱਠੀ ਹੋ ਜਾਂਦੀ ਹੈ। ਜਿਵੇਂ ਕਰੀਮ ਹਲਕੀ ਸੀ ਤਾਂ ਉਹ ਬਾਹਰ ਇਕੱਠੀ ਹੋ ਗਈ। ਸੈਂਟਰੀਫਿਊਗਲ ਜਿਵੇਂ ਘਰ ਦੇ ਵਿੱਚ ਜਿਹੜੇ ਕੱਪੜੇ ਹੁੰਦੇ ਆ ਉਹ ਬਾਹਰ ਸਾਈਡ ਤੁਸੀਂ ਦੇਖਦੇ ਘੁੰਮਦੇ ਆ ਤਾਂ ਸਾਈਡ 'ਤੇ ਇਕੱਠੇ ਹੋ ਜਾਂਦੇ ਆ। ਇਹ ਸਾਰੇ ਕਿਹਦੇ ਬੇਸ 'ਤੇ ਕੰਮ ਕਰਦੇ ਆ? ਇਹ ਸੈਂਟਰੀਫਿਊਗਲ ਪੰਪ ਦੇ ਉੱਪਰ ਬੇਸ 'ਤੇ ਕੰਮ ਕਰਦੇ ਆ। ਇਹ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਅਤੇ ਇਹਦੇ ਬੇਸ 'ਤੇ ਜੀ ਕੁਐਸਚਨ ਪੁੱਛਿਆ ਜਾਂਦਾ। ਹੁਣ ਅਗਲੇ ਲੈਕਚਰ ਦੇ ਵਿੱਚ ਅਸੀਂ ਨਿਊਟਨ ਦੇ ਸਾਰੇ ਲਾਅ ਪੜ੍ਹਾਂਗੇ। ਬਹੁਤ ਇੰਪੋਰਟੈਂਟ ਲੈਕਚਰ ਹੈ। ਤਾਂ ਇਹ ਛੋਟਾ ਜਿਹਾ ਲੈਕਚਰ ਬਣਾਇਆ ਤਾਂ ਕਿ ਵੇਖਣਾ ਵੀ ਈਜ਼ੀ ਹੋਵੇ ਤਾਂ ਸਾਡੇ ਲਈ ਆਸਾਨ ਹੋਵੇ। ਤੇ ਥੈਂਕ ਯੂ ਫॉर ਵਾਚਿੰਗ ਮਾਈ ਲੈਕਚਰਸ। ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਮਾਈ ਚੈਨਲ ਨੂੰ। ਠੀਕ ਹੈ ਜੀ, ਥੈਂਕ ਯੂ।